ਵੀਰ ਜੀ ਪੰਜਾਬ ਦੀ ਤੁਸੀਂ ਗੱਲ ਕੀਤੀ ਕਿ ਸਭ ਤੋਂ ਪਹਿਲਾਂ ਪੰਜਾਬ ਅੱਗੇ ਲੱਗਦਾ। ਅਸੀਂ ਕਰਮਾਂ ਵਾਲੇ ਆ ਕਿ ਅਸੀਂ ਬਾਬੇ ਨਾਨਕ ਦੀ ਧਰਤੀ ਤੇ ਬੈਠੇ, ਗੁਰੂਆਂ ਪੀਰਾਂ ਦੀ ਧਰਤੀ ਹੈ। ਸਾਨੂੰ ਉਹਨਾਂ ਦੀ ਬਾਣੀ ਹਲੂਣਦੀ ਰਹਿੰਦੀ ਹੈ, ਹਲੂਣਾ ਦਿੰਦੀ। ਅਸੀਂ ਟਾਈਮ ਟੂ ਟਾਈਮ ਅਵੇਅਰ ਹੁੰਦੇ ਰਹਿੰਦੇ ਆ। ਮੈਨੂੰ ਕੋਈ ਆਵੇ ਦਬਾਉਣ, ਮੈਂ ਤਾਂ ਕਹਿੰਦੀ ਮੇਰਾ ਕਿਸੇ ਮੰਤਰੀ ਨਾਲ ਸਾਹਮਣਾ ਹੀ ਹੁੰਦਾ ਹੋਵੇ। ਸਿਮਰੋ ਬੀਬੀ ਨਾਲ ਮੇਰੀ ਰਿਸ਼ਤੇ 'ਚ ਨਨਾਣ ਲੱਗਦੀ, ਮੈਂ ਮਜੀਠਾ ਬਿਲੋਂਗ ਕਰਦੀ ਆ, ਮੇਰੇ ਸਾਹਮਣੇ ਤੇ ਆਵੇ। ਤੇ ਅਸੀਂ ਕੰਮ ਸਾਰਾ ਮੋਦੀ ਕੋ ਕਰਵਾਉਣਾ, ਉਹਦੇ ਹੱਥ 'ਚ ਕਲਮ ਫੜਾ ਕੇ ਉਹਦੇ ਕੋ ਕਰਵਾਉਣਾ, ਕਿਉਂਕਿ ਲੜਾਈ ਹੁਣ ਟਕੂਏ ਤਲਵਾਰਾਂ ਵਾਲੀ ਨਹੀਂ ਰਹਿ ਗਈ, ਕਲਮੀ ਲੜਾਈ। ਅਸੀਂ ਉਹਦੇ ਨਾਲ ਕਲਮਾਂ ਵਾਲੀ ਲੜਾਈ ਲੜਨੀ ਆ। ਇਹ ਉਹਨਾਂ ਦਾ ਵਹਿਮ ਹੈ ਜੀ, ਕੱਢ ਤੇ ਚਿੱਬ ਸਾਰੇ ਉਹਨਾਂ ਦੇ ਵਹਿਮ ਦੇ। ਅਸੀਂ ਕਿਉਂ ਨਹੀਂ ਪੜ੍ਹੇ ਲਿਖੇ? ਇਹ ਕਹਿੰਦੇ ਸੀ ਤੁਹਾਡੀਆਂ ਜ਼ਮੀਨਾਂ ਖਵਾਵਾਂਗੇ, 2.5 ਜਦੀ ਦਿੱਲੀ ਖੋ ਕੇ ਵਿਖਾਏ ਸਾਡੀਆਂ ਜ਼ਮੀਨਾਂ। ਉਹ ਜੱਟ ਤੇ ਸਬਜ਼ੀ ਲੈ ਕੇ ਧਨੀਆ ਫਰੀ ਲੈਂਦਾ ਆ, ਕਿਸੇ ਨੂੰ ਵੱਟ ਤੇ ਚੜ੍ਹ ਨਹੀਂ ਦਿੰਦਾ, ਉਹਨੂੰ ਵੱਢ ਦਿੰਦਾ। ਇਹ ਕਿੱਦਾਂ ਸਾਡੀਆਂ ਜ਼ਮੀਨਾਂ ਖੋਲਣਗੇ? 5 ਸੜਕਾਂ ਘੇਰੀਆਂ ਦਿੱਲੀ ਦੀਆਂ, ਤੇ ਉੱਥੇ ਦੱਸੇ ਹਾਂ ਕਿੰਨਾ ਇਕੱਠ ਆ। ਤੇ ਕਰੋਨਾ ਉੱਥੇ ਕੋਈ ਸੋਸ਼ਲ ਡਿਸਟੈਂਸ ਆ, ਕੋਈ ਮਾਸਕ ਆ? ਉਹਦੀ ਨਮਕ ਹਰਾਮੀ ਹੁੰਦੇ ਇਹੋ ਜਿਹੇ ਲੋਕ, ਨਮਕ ਖਾ ਕੇ ਹਰਾਮ ਕਰ ਜਾਂਦੇ ਆ। ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ। ਅਸੀਂ ਅੱਜ ਪਹੁੰਚੇ ਹਾਂ ਅੰਮ੍ਰਿਤਸਰ ਦੀ ਧਰਤੀ, ਜਿਹੜੀ ਕਿ ਮਾਝੇ ਦੀ ਧਰਤੀ ਵਿੱਚ, ਅਤੇ ਉੱਥੋਂ ਜਿਹੜੇ ਸੋਨੀਆ ਮਾਨ ਜਿਹੜੀ ਕਿ ਫਿਲਮੀ ਅਦਾਕਾਰ ਨੇ, ਉਹਨਾਂ ਵੱਲੋਂ ਅੱਜ ਰੈਲੀ ਰੱਖੀ ਗਈ ਹੈ ਬੜੀ ਵੱਡੀ। ਤੁਸੀਂ ਦੇਖ ਰਹੇ ਹੋ ਮਹਾਂ ਸੰਮੇਲਨ ਰੱਖਿਆ ਗਿਆ ਵਾ, ਅਤੇ ਹਰਿਆਣਾ ਤੋਂ ਲੈ ਕੇ ਪੂਰੇ ਪੰਜਾਬ ਤੱਕ ਜਿਹੜੇ ਨੇ ਕਿਸਾਨ ਜਿਹੜੇ ਪਹੁੰਚੇ ਨੇ। ਤੁਹਾਨੂੰ ਤਸਵੀਰਾਂ ਦਿਖਾਵਾਂਗੇ ਹਰ ਇੱਥੋਂ ਜਿਹੜੀਆਂ ਰੈਲੀ ਦੀਆਂ, ਕਿਸ ਤਰ੍ਹਾਂ ਜਿਹੜਾ ਵਾ ਇਕੱਠ ਜਿਹੜਾ ਠਾਠਾ ਮਾਰਦਾ ਵਾ। ਸਾਡੀਆਂ ਬਜ਼ੁਰਗ ਭੈਣਾਂ, ਸਾਡੀਆਂ ਮਾਤਾਵਾਂ, ਸਾਰੇ ਜਿਹੜੇ ਬੱਚੇ ਤੱਕ ਜਿਹੜੇ ਪਹੁੰਚੇ ਨੇ। ਤੇ ਆਓ ਗੱਲਬਾਤ ਕਰਾਂਗੇ, ਸਾਡੇ ਇੱਕ ਭੈਣ ਨੇ ਗੱਲਬਾਤ ਕਰਨ ਨੂੰ ਤਿਆਰ ਨੇ, ਗੱਲਬਾਤ ਕਰਾਂਗੇ ਤੇ ਪੁੱਛਾਂਗੇ ਕਿਸਾਨੀ ਮੁੱਦੇ ਬਾਰੇ। ਆਓ ਗੱਲਬਾਤ ਕਰਦੇ ਹਾਂ। ਸਾਡੇ ਗੱਲਬਾਤ ਕਰਨ ਨੂੰ ਤਿਆਰ ਨੇ ਸਾਡੀ ਭੈਣ ਜੀ, ਗੱਲਬਾਤ ਕਰਾਂਗੇ ਇਹਨਾਂ ਨਾਲ। ਕੀ ਕਹਿਣਾ ਚਾਹੋਗੇ? ਮੋਦੀ ਸਰਕਾਰ ਜਿਹੜੀ ਆ ਉਹ ਟਸ ਤਮਸ ਨਹੀਂ ਹੋ ਰਹੀ, ਬੜੀਆਂ ਪੰਜਾਬ 'ਚ ਰੈਲੀਆਂ ਹੋ ਰਹੀਆਂ, ਮਹਾਸਭਾ ਹੋ ਰਹੀਆਂ, ਕਿਉਂ ਨਹੀਂ ਹਜੇ ਤੱਕ ਮੋਦੀ ਸਰਕਾਰ ਜਿਹੜੀ ਹੈ ਬੇਦਦ ਕਰ ਰਹੀ? ਸਭ ਤੋਂ ਪਹਿਲਾਂ ਫਤਿਹ ਦੀ ਅਰਜ਼, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਲਵਿੰਦਰ ਕੌਰ ਗੋਸਲ, ਪਿੰਡ ਗੋਸਲ ਔਰ ਬਲਾਕ ਸਾਡਾ ਮਜੀਠਾ ਆ। ਔਰ ਵੀਰ ਜੀ ਤੁਸੀਂ ਸਵਾਲ ਕੀਤਾ ਹੈ ਕਿ ਜਿਹੜੀ ਮੋਦੀ ਸਰਕਾਰ ਆ ਉਹ ਟਸ ਤੋਂ ਮਸ ਨਹੀਂ ਹੋ ਰਹੀ। ਸਾਡਾ ਜਿਹੜਾ ਸੰਘਰਸ਼ ਆ ਉਹ ਲਗਭਗ 6 ਮਹੀਨੇ ਤੋਂ ਉੱਪਰ ਦੇ ਸਮੇਂ ਤੇ ਚੱਲ ਗਿਆ ਹੈ। ਵੀਰੋ ਇਹ ਜਿਹੜੀਆਂ ਸਰਕਾਰਾਂ ਹੁੰਦੀਆਂ ਨਾ, ਇਹਨਾਂ ਨੂੰ ਜਿਹੜਾ ਨਾ ਸੱਤਾ ਦਾ ਬੜਾ ਵੱਡਾ ਨਸ਼ਾ ਹੁੰਦਾ ਆ। ਇਹ ਅਸੀਂ ਬਣਾਈਆਂ, ਅਸੀਂ ਆਪਣੇ ਹੱਥੀਂ ਸਾਰਾ ਕੁਝ ਕੀਤਾ। ਇਹ 70 ਸਾਲ ਦੀਆਂ, ਪਿਛਲੇ 70 ਸਾਲ ਦੀਆਂ ਚੱਲ ਰਹੀਆਂ ਸਕੀਮਾਂ, ਪਾਲਿਸੀਆਂ ਨੇ, ਨੀਤੀਆਂ ਪਾਲਿਸੀਆਂ ਸਾਡੇ ਖਿਲਾਫ। ਵੀਰ ਜੀ ਇਹ ਲੜਾਈ ਛੋਟੀ ਨਹੀਂ, ਲੰਬੀ ਵੀ ਹੋ ਸਕਦੀ ਹੈ। ਇਸ ਕਰਕੇ ਨਹੀਂ ਟਸ ਤੋਂ ਮਸ ਹੋ ਰਹੀ, ਕਿਉਂਕਿ ਇਹ ਲੜਾਈ ਬੜੀ ਲੰਬੀ ਹੈ, ਬੜੇ ਟਾਈਮ ਤੋਂ ਇਹ ਸਾਡੇ ਖਿਲਾਫ ਚੱਲ ਰਹੇ ਨੇ। ਪਰ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਪੰਜਾਬ ਵਿੱਚ ਜਿਹੜਾ ਧਰਨੇ ਪ੍ਰਦਰਸ਼ਨ ਕੀਤੇ ਗਏ, ਉਸ ਤੋਂ ਬਾਅਦ ਦਿੱਲੀ ਜਾ ਕੇ ਵੀ ਸਾਡੇ ਜਿਹੜੇ ਕਿਸਾਨਾਂ ਧਰਨੇ, ਪਰ ਹਜੇ ਤੱਕ ਵੀ ਲੱਗਦਾ ਵੀ ਜਿਹੜੀ ਮੋਦੀ ਸਰਕਾਰ ਹੈ ਉਹ ਕਿਸੇ ਤਰ੍ਹਾਂ ਕਿਸੇ ਡਿਸੀਜਨ ਨਹੀਂ ਲੈ ਰਹੀ। ਕਿਉਂ ਨਹੀਂ ਜਿਹੜੀ ਜਲਦੀ ਰੱਦ ਕਰ ਰਹੀ? ਇਹ ਵੀਰ ਜੀ ਪੰਜਾਬ ਦੀ ਤੁਸੀਂ ਗੱਲ ਕੀਤੀ ਕਿ ਸਭ ਤੋਂ ਪਹਿਲਾਂ ਪੰਜਾਬ ਅੱਗੇ ਲੱਗਦਾ। ਅਸੀਂ ਕਰਮਾਂ ਵਾਲੇ ਆ ਕਿ ਅਸੀਂ ਬਾਬੇ ਨਾਨਕ ਦੀ ਧਰਤੀ ਤੇ ਬੈਠੇ, ਗੁਰੂਆਂ ਪੀਰਾਂ ਦੀ ਧਰਤੀ ਹੈ। ਸਾਨੂੰ ਉਹਨਾਂ ਦੀ ਬਾਣੀ ਹਲੂਣਦੀ ਰਹਿੰਦੀ ਹੈ, ਹਲੂਣਾ ਦਿੰਦੀ। ਅਸੀਂ ਟਾਈਮ ਟੂ ਟਾਈਮ ਅਵੇਅਰ ਹੁੰਦੇ ਰਹਿੰਦੇ ਆ। ਜਦੋਂ ਆਜ਼ਾਦੀ ਦੀ ਲੜਾਈ ਸੀ ਉਦੋਂ ਵੀ ਪਹਿਲਾਂ ਪੰਜਾਬ ਤੋਂ ਹੀ ਲਹਿਰ ਚੱਕੀ ਸੀ। ਇਹ ਜਿਹੜਾ ਜਿੰਮਾ ਹੈ ਪੰਜਾਬੀਆਂ ਦੇ ਸਿਰ ਆਇਆ। ਦੂਸਰੀ ਗੱਲ ਰਹਿ ਗਈ ਕਿ ਮੋਦੀ ਜਿਹੜਾ ਟਸ ਤੋਂ ਮਸ ਨਹੀਂ ਹੋ ਰਿਹਾ। ਉਹ ਵੀਰ ਜੀ ਉਹਦੀ ਬਾਂਹ ਮਰੋੜ ਕੇ ਨਾ ਪਿੱਛੇ ਲਾਈ ਹੋਈ ਆ ਕੋਆਪਰੇਟ ਘਰਾਣਿਆਂ ਨੇ। ਉਹਦੇ ਹੱਥ ਪੱਲੇ ਕੁਛ ਨਹੀਂ ਹੈਗਾ। ਜੇ ਉਹਦੇ ਹੱਥ ਪੱਲੇ ਹੁੰਦਾ ਨਾ ਤੇ ਹੁਣ ਉਹਨੇ ਕਰ ਦੇਣਾ ਸੀ। ਇਹ ਵਿਸ਼ਵ ਪਰਿਸ਼ਦ ਬੈਂਕ ਜਿਹੜਾ ਨਾ, ਜਿਹੜੀ 7 ਵਿਕਸਿਤ ਦੇਸ਼ਾਂ ਜਿਹੜੀ ਸੰਸਥਾ ਬਣੀ ਆ, ਇਹ ਸਾਰਾ ਕੁਝ ਉਹ ਕਰਵਾ ਰਹੀ ਆ। ਇਸ ਕਰਕੇ ਮੋਦੀ ਦੇ ਹੱਥ ਪੱਲੇ ਕੁਝ ਨਹੀਂ ਹੈਗਾ, ਤੇ ਅਸੀਂ ਕੰਮ ਸਾਰਾ ਮੋਦੀ ਕੋ ਕਰਵਾਉਣਾ, ਉਹਦੇ ਹੱਥ 'ਚ ਕਲਮ ਫੜਾ ਕੇ ਉਹਦੇ ਕੋ ਕਰਵਾਉਣਾ, ਕਿਉਂਕਿ ਲੜਾਈ ਹੁਣ ਟਕੂਏ ਤਲਵਾਰਾਂ ਵਾਲੀ ਨਹੀਂ ਰਹਿ ਗਈ, ਕਲਮੀ ਲੜਾਈ। ਅਸੀਂ ਉਹਦੇ ਨਾਲ ਕਲਮਾਂ ਵਾਲੀ ਲੜਾਈ ਲੜਨੀ ਆ। ਕੀ ਲੱਗਦਾ ਨੇ ਵੀ ਜਿਹੜਾ ਵਾ ਸਾਡੇ ਕਿਸਾਨ ਦਾਤਾ ਨੇ, ਜਿਹੜੇ ਅੰਨਦਾਤਾ ਨੇ, ਅੱਜ ਜਿਹੜਾ ਮੋਦੀ ਸਰਕਾਰ ਨੇ ਜਿਹੜਾ ਸੜਕਾਂ ਤੇ ਰੋਣ ਵਾਸਤੇ ਮਜਬੂਰ ਕਰ ਦਿੱਤਾ ਗਿਆ ਵਾ, ਕੀ ਲੱਗਦਾ ਨਹੀਂ ਤੁਹਾਨੂੰ? ਬਿਲਕੁਲ ਜੀ, ਬਿਲਕੁਲ ਉਹਨੇ ਰੋਲਿਆ ਸਾਨੂੰ ਸੜਕਾਂ ਤੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਖੈਰ ਕੋਈ ਗੱਲ ਨਹੀਂ, ਕੁਝ ਪਾਉਣ ਵਾਸਤੇ ਗਵਾਉਣਾ ਵੀ ਪੈਂਦਾ। ਅਸੀਂ ਤੇ ਅੱਗੇ ਸ਼ਹਾਦਤਾਂ ਦਿੰਦੇ ਹੀ ਆਏ ਆ। ਸਾਡੀ ਤਾਂ ਪੰਜਾਬੀਆਂ ਦੀ ਕੌਮ ਹੈ। ਤੁਹਾਨੂੰ ਪਤਾ ਜਦੋਂ ਮੁਗਲ ਆਉਂਦੇ ਸੀ ਹਮਲਾ ਕਰਨ ਤੇ ਪੰਜਾਬ ਥਾਣੀ ਲੰਘ ਕੇ ਜਾਂਦੇ ਸੀ ਸਾਰੇ। ਪੰਜਾਬ ਜਿਹੜਾ ਸੀ ਇਹ ਰਸਤਾ ਬਣਾਇਆ ਹੋਇਆ ਸੀ, ਸਾਰੇ ਧਾੜਵੀ ਪੰਜਾਬ ਥਾਣੀ ਲੰਘ ਕੇ ਜਾਂਦੇ ਰਹੇ ਆ। ਕੋਈ ਗੱਲ ਨਹੀਂ, ਅਸੀਂ ਤਿਆਰ ਆ। ਕੀ ਕਹਿਣਾ ਚਾਹੋਗੇ ਤੁਸੀਂ? ਇਹ ਕਿਸਾਨ ਦੀ ਧੀ ਜੇ, ਅਕਸਰ ਕਿਹਾ ਜਾਂਦਾ ਵੀ ਕਿਸਾਨਾਂ ਦੇ ਬੱਚੇ ਨੇ ਜਿਹੜੇ ਆ ਧੀ ਬੋਤੇ ਆ, ਉਹ ਪੜ੍ਹੇ ਲਿਖੇ ਨਹੀਂ, ਅਨਪੜ੍ਹ ਜੇ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਉਹਨਾਂ ਦਾ ਵਹਿਮ ਹੈ ਜੀ, ਕੱਢ ਤੇ ਚਿੱਬ ਸਾਰੇ ਉਹਨਾਂ ਦੇ ਵਹਿਮ ਦੇ। ਅਸੀਂ ਕਿਉਂ ਨਹੀਂ ਪੜ੍ਹੇ ਲਿਖੇ? ਪੜ੍ਹੇ ਲਿਖੇ ਕਿਸਾਨ ਵੀ ਪੜ੍ਹਿਆ ਲਿਖਿਆ, ਉਹਦਾ ਬੱਚਾ ਵੀ, ਸਾਡੇ ਦਾਦੇ ਬਾਬੇ ਵੀ ਸਾਰੇ। ਤੁਹਾਨੂੰ ਪਤਾ ਅਨਪੜ੍ਹਾਂ ਦੀ ਖੇਤੀ ਨਹੀਂ ਰਹਿ ਗਈ। ਜੇ ਅਸੀਂ ਪੜ੍ਹੇ ਲਿਖੇ ਨਾ ਹੁੰਦੇ ਤੇ ਅੱਜ ਇਹਨਾਂ ਦੇ ਗੋਡੇ ਨਾ ਲਵਾਉਂਦੇ ਮੋਦੀ ਸਰਕਾਰ ਦੇ। ਅਸੀਂ ਪੜ੍ਹੇ ਲਿਖੇ ਆ। ਇਹਨੂੰ ਜਿਹੜਾ ਵਹਿਮ ਚੜਿਆ ਹੈ ਨਾ ਕਿ ਅਨਪੜ੍ਹਾਂ ਦੀ ਖੇਤੀ ਆ, ਉਹ ਇਹਦੇ ਚਿੱਬ ਨਿਕਲ ਗਏ ਅੱਜ। ਪਰ ਕੀ ਕਹਿਣਾ ਚਾਹੋਗੇ? ਬਾਰ-ਬਾਰ ਜਿਹੜੇ ਆ ਮੋਦੀ ਸਰਕਾਰ ਜਿਹੜੇ ਮੰਤਰੀ ਨੇ ਉਹ ਕਹਿ ਰਹੇ ਨੇ ਵੀ ਜਿੰਨੀ ਮਰਜ਼ੀ ਭੀੜ ਇਕੱਠੀ ਕਰ ਲਓ, ਜਿੰਨੇ ਮਰਜ਼ੀ ਤੁਸੀਂ ਮਹਾਸਭਾ ਕਰ ਲਓ, ਜਿੰਨੀ ਮਰਜ਼ੀ ਰੈਲੀ ਕਰ ਲਓ, ਤੇ ਜਿਹੜੇ ਬਿੱਲ ਆ ਭੀੜ ਇਕੱਠੀ ਕਰਨ ਰੱਦ ਨਹੀਂ ਹੋਣੇ। ਇਹ ਜੀ ਕੁਝ ਉਹਨਾਂ ਨੇ ਭੌਂਕਣ ਵਾਸਤੇ ਅੱਗੇ ਬੰਦੇ ਲਾਏ
ਬੋਲੇ ਹੁੰਦੇ ਆ, ਉਹ ਉਹਨਾਂ ਨੇ ਜਿਹੜਾ ਉਹਨਾਂ ਨੂੰ ਪਹਾੜਾ ਪੜਾਇਆ ਹੁੰਦਾ ਨਾ ਉਹੀ ਬੋਲਦੇ ਆ। ਇਹਨਾਂ ਦੇ ਭਾਗੀਆਂ ਆਈਆਂ ਇਹਨਾਂ ਮਾੜੀਆਂ ਗੱਲਾਂ ਬੋਲਣੀਆਂ, ਅਸੀਂ ਤਾਂ ਇਹ ਗੱਲਾਂ ਬੋਲਦੇ ਨਹੀਂ। ਤੇ ਸਾਡੀ ਕੋਈ ਭੀੜ ਨਹੀਂ, ਸਾਡੇ ਤਾਂ ਕਿਸਾਨ ਮਹਾਸਭਾ, ਸਾਡੇ ਤਾਂ ਕਿਸਾਨਾਂ ਦਾ ਇਕੱਠ ਹੈ, ਸਾਡੇ ਭੈਣ ਭਰਾ ਸਾਰੇ ਇਕੱਠੇ ਹੋਏ ਆ। ਅਸੀਂ ਸੰਯੁਕਤ ਮੋਰਚੇ ਦੇ ਅਧੀਨ ਕੰਮ ਕਰ ਰਹੇ ਹਾਂ, ਅਸੀਂ ਤੇ ਸਾਰੀਆਂ ਸਾਂਝੀਆਂ ਵਿਚਾਰਾਂ ਕਰ ਰਹੇ ਹਾਂ। ਸਾਡਾ ਸਕੂਲ ਹੈ, ਅਸੀਂ ਕੋਈ ਸਿੱਖਣ ਲਈ ਆਏ ਆ, ਅਸੀਂ ਭੀੜਾਂ ਇਕੱਠੀਆਂ ਨਹੀਂ ਕੀਤੀਆਂ। ਪਰ ਕੀ ਕਹਿਣਾ ਚਾਹੋਗੇ ਬਾਰ-ਬਾਰ ਜਿਹੜੀ ਇਹੋ ਚੀਜ਼ ਨੂੰ ਹਮੇਸ਼ਾ ਪੰਜਾਬੀਆਂ ਨਾਲ ਹੀ ਕਿਉਂ ਵਿਤਕਰਾ ਕੀਤਾ ਜਾਂਦਾ ਵਾ? ਕਿਉਂਕਿ ਜੇ ਪਹਿਲਾਂ ਗੱਲ ਕਰੀਏ ਜੰਮੂ ਕਸ਼ਮੀਰ ਦੀ, ਉੱਥੇ ਪੰਜਾਬੀ ਭਾਸ਼ਾ ਬੰਦ ਕਰ ਦਿੱਤੀ ਗਈ, ਉਸ ਤੋਂ ਬਾਅਦ ਸਾਡੇ ਜਿਹੜੇ ਕਾਲੇ ਕਾਨੂੰਨ ਲਾਗੂ ਕਰ ਦਿੱਤੇ। ਕਿ ਲੱਗਦਾ ਨਹੀਂ ਤੁਹਾਨੂੰ ਵੀ ਕੇਂਦਰ ਸਰਕਾਰ ਜਿਹੜੀ ਹੈ ਉਹ ਪੰਜਾਬੀਆਂ ਨਾਲ ਖਾਸ ਕਰਕੇ ਵਿਤਕਰਾ ਕੀਤਾ ਜਾ ਰਿਹਾ? ਇਸ ਕਰਕੇ ਵਿਤਕਰਾ ਕਰਦੀ ਪੰਜਾਬੀਆਂ ਨਾਲ ਕਿ ਜਿਹੜੇ ਪੰਜਾਬੀ ਆ ਨਾ ਉਹ ਕਹਿੰਦੇ ਚੱਲ ਖੈਰ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤੇ ਇਹਨਾਂ ਨੂੰ ਲੱਗਦਾ ਵੀ ਕੋਈ ਗੱਲ ਨਹੀਂ ਦੇ ਵਿੱਚ ਸਾਰਾ ਕੁਝ ਰਗੜੀ ਜਾਓ। ਇਸ ਕਰਕੇ ਕੋਈ ਗੱਲ ਨਹੀਂ। ਪਰ ਖੈਰ ਜਦੋਂ ਹੁਣ ਸਾਡੇ ਘਰ ਨੂੰ ਹੀ ਪੈ ਗਿਆ ਹੱਕ ਮਾਣ ਕੇ, ਤਾਂ ਹੁਣ ਤਾਂ ਫਿਰ ਇਦਾਂ ਰਹਿਣ ਨਹੀਂ ਦੇਣਾ। ਇਹ ਕਹਿੰਦੇ ਸੀ ਤੁਹਾਡੀਆਂ ਜ਼ਮੀਨਾਂ ਖਵਾਵਾਂਗੇ, 2.5 ਦੀ ਦਿੱਲੀ ਖੋ ਕੇ ਵਿਖਾਏ ਸਾਡੀਆਂ ਜ਼ਮੀਨਾਂ। ਉਹ ਜੱਟ ਦੇ ਸਬਜ਼ੀ ਲੈ ਕੇ ਧਨੀਆ ਫਰੀ ਲੈਂਦਾ ਆ, ਕਿਸੇ ਨੂੰ ਵੱਟ ਤੇ ਚੜ੍ਹ ਨਹੀਂ ਦਿੰਦਾ, ਉਹ ਵੱਢ ਦਿੰਦਾ। ਇਹ ਕਿੱਦਾਂ ਸਾਡੀਆਂ ਜ਼ਮੀਨਾਂ ਖੋਲਣਗੇ? ਕਿ ਲੱਗਦਾ ਨਹੀਂ ਵੀ ਮੋਦੀ ਨੇ ਗਲਤ ਪੰਗਾ ਲੈ ਲਿਆ ਪੰਜਾਬੀਆਂ ਨਾਲ? ਬਿਲਕੁਲ ਜੀ, ਗਲਤ ਪੰਗਾ ਲੈ ਲਿਆ। ਉਹਦਾ ਵਿਚਾਰਾ ਸੋਚਦਾ ਹੋਣਾ, ਜੇ ਉਹਦੀ ਬੁੱਢੀ ਕੋਲ ਹੁੰਦੀ ਤਾਂ ਉਹਨੂੰ ਮੱਤ ਦਿੰਦੀ। ਤੁਸੀਂ ਪੜਿਆ ਹੋਣਾ ਆਮ ਕਿ ਅਨਪੜ੍ਹ ਰਾਜੇ ਨੂੰ ਰਾਜਾ ਨਹੀਂ ਬਣਾਉਣਾ ਚਾਹੀਦਾ, ਉਹਨੂੰ ਤੇ ਰੰਡੇ ਛੜੇ ਨੂੰ ਤੁਸੀਂ ਰਾਜ ਤੇ ਬਿਠਾਤਾ। ਅਸੀਂ ਬਿਠਾਇਆ ਵੋਟਾਂ ਦੇ ਕੇ। ਸਭ ਤੋਂ ਪਹਿਲਾਂ 2014 ਚ ਅਸੀਂ ਉਹਨੂੰ ਬਣਾਇਆ, ਤੇ ਜਿਹੜੀ ਵਿਸ਼ਵ ਪਰਿਸ਼ਦ ਜਿਹੜੀ ਨਿਊਜ਼ ਸੀ ਉਹਦੇ ਵਿੱਚ ਮੋਦੀ ਦੀ ਫੋਟੋ ਲੱਗੀ ਵੀ ਇਹ ਹੀਰੋ ਵਾ। ਕਿੰਨੇ ਬਣਾਇਆ? ਅਸੀਂ ਬਣਾਇਆ। ਔਰ ਇਹ ਦਿਨ ਥੋੜੇ ਹੀ ਆ। ਇਹ ਜਿਹੜੀ ਇਦਾਂ ਦੀ ਘਮੰਡੀ ਜਿਹੜੇ ਰਾਜੇ ਹੁੰਦੇ ਨਾ, ਇਹ ਦਿਨ ਥੋੜੇ ਹੀ ਰਹਿੰਦੇ ਆ। ਬਸ ਤਖਤਾ ਪਲਟਣ ਵਾਲਾ ਵੇਖ ਲਓ। ਮੋਦੀ ਨੇ ਕਿਹਾ ਸੀ ਥਾਲੀਆਂ ਖੜਕਾ ਕੇ ਤੁਸੀਂ ਕਰੋਨਾ ਭਜਾਓ, ਅਸੀਂ ਥਾਲੀਆਂ ਖੜਕਾਈਆਂ ਨੇ, ਭਾਜਪਾ ਖੜਕਾਤੇ ਸਾਰੇ। ਪਰ ਕੀ ਕਹਿਣਾ ਚਾਹੋਗੇ ਬਾਰ-ਬਾਰ ਜਿਹੜੀ ਸਰਕਾਰਾਂ ਕਹਿ ਰਹੀਆਂ ਵੀ ਕਰੋਨਾ ਮਹਾਮਾਰੀ ਫੈਲ ਰਹੀ ਹੈ, ਕਰਫਿਊ ਲੱਗ ਜਾਣਾ ਵਾ, ਤੇ ਕੀ ਲੱਗਦਾ ਨਹੀਂ ਤੁਹਾਨੂੰ ਏਡਾ ਵੱਡਾ ਕੱਟ ਕੀਤਾ, ਏਡੀ ਵੱਡੀ ਰੈਲੀ ਆ, ਇੱਥੇ ਕਿਸੇ ਨੂੰ ਕਰੋਨਾ ਹੋ ਸਕਦਾ ਵਾ? ਬਿਲਕੁਲ ਨਹੀਂ, ਇਹ ਬਿਮਾਰੀ ਤਾਂ ਹੈਗੀ ਹੋਈ ਨਹੀਂ ਕਿਤੇ। ਕਰੋਨਾ ਹਰੇਕ ਇਨਸਾਨ ਦੇ ਅੰਦਰ ਆ, ਇਹ ਵਾਇਰਸ ਹਰੇਕ ਇਨਸਾਨ ਦੇ ਅੰਦਰ ਹੁੰਦਾ ਹੈ। ਸੀਜ਼ਨਲੀ ਥੋੜੀ ਬਹੁਤੀ ਇਨਫੈਕਸ਼ਨ ਹੁੰਦੀ ਹੈ, ਅਸੀਂ ਆਪਣੇ ਅੰਦਰ ਕਿਸੇ ਨੂੰ ਐਕਟਿਵ ਨਹੀਂ ਹੋਣ ਦੇਣਾ। ਬਸ ਇਹ ਸਾਡਾ ਧਿਆਨ ਭਟਕਾ ਰਹੀ ਹੈ, ਸਾਡੇ ਜਿਹੜਾ ਸੰਘਰਸ਼ ਜਿਹੜਾ ਮੋਰਚਾ ਨੂੰ ਖੇਡਣ ਦੇ ਯਤਨ ਕਰ ਰਹੀ ਹੈ। ਕੋਈ ਕਰੋਨਾ ਨਹੀਂ। ਐਗਜ਼ਾਮਪਲ ਸੈੱਟ ਕਰੀ ਹੋਈ ਆ ਪੰਜਾਬੀਆਂ ਨੇ ਦਿੱਲੀ ਦੇ ਬਾਰਡਰਾਂ ਤੇ 5 ਸੜਕਾਂ ਘੇਰੀਆਂ ਦਿੱਲੀ ਦੀਆਂ, ਤੇ ਉੱਥੇ ਦੱਸੇ ਹਾਂ ਕਿੰਨਾ ਇਕੱਠ ਆ, ਤੇ ਕਰੋਨਾ ਉੱਥੇ ਕੋਈ ਸੋਸ਼ਲ ਡਿਸਟੈਂਸ ਆ, ਕੋਈ ਮਾਸਕ ਆ, ਬਾਰ-ਬਾਰ ਹੱਥ ਧੋ ਰਿਹਾ। ਤੁਹਾਨੂੰ ਪਤਾ ਦਿੱਲੀ 'ਚ ਪਾਣੀ ਕਿੰਨਾ ਮਹਿੰਗਾ ਹੈ, ਤੇ ਉੱਥੇ ਕਰੋਨਾ ਨਹੀਂ ਹੋਇਆ ਤੇ ਇੱਥੇ ਕਰੋਨਾ ਕਿੱਥੋਂ ਆ ਜਾਊਗਾ? ਪਰ ਕੀ ਕਹਿਣਾ ਚਾਹੋਗੇ ਮੋਦੀ ਜਦੋਂ ਸੱਤਾ ਨੂੰ ਆਉਣ ਤੋਂ ਪਹਿਲਾਂ ਬੜੇ ਵਾਅਦੇ ਕੀਤੇ ਗਏ ਸੀ ਲੋਕਾਂ ਨਾਲ ਵੀ ਅੱਛੇ ਦਿਨ ਆਏਗੇ, ਸਾਰਿਆਂ ਦੇ 15 ਲੱਖ ਰੁਪਏ ਖਾਤੇ ਜਾਊਗਾ, ਕਿ ਲੱਗਦਾ ਅੱਛੇ ਦਿਨ ਆ ਗਏ ਨੇ? ਉਹ ਐਕਚੁਅਲੀ ਪਤਾ ਕੀ, ਜਿਹੜੇ ਪੰਜਾਬੀ ਆ ਨਾ ਸਾਡੇ, ਉਹ ਭੋਲੇ ਆ ਵਿਚਾਰੇ, ਤੇ ਜਲਦੀ ਇਮੋਸ਼ਨਲ ਤੇ ਜਜ਼ਬਾਤੀ ਹੋ ਜਾਂਦੇ ਆ। ਉਹਨਾਂ ਸੋਚਿਆ ਚਲੋ ਖੈਰ ਜੇ ਕਹਿ ਰਿਹਾ ਵਾ ਰੰਡਾ ਛੜਾ ਹੈਗਾ, ਪਿੱਛੇ ਕੋਈ ਹੈ ਨਹੀਂ, ਇਹਨੂੰ ਕਿਹੜਾ ਕੋਈ ਲਾਲਚ ਹੈ ਜਾਇਦਾਦ ਜੋੜਨ ਦਾ, ਤੇ ਜੇ ਇਹ ਕਹਿ ਰਿਹਾ ਹੋ ਸਕਦਾ ਸੱਚੀ ਹੋਈ ਕਰੇਗਾ, ਪਰ ਨਹੀਂ, ਉਹਨੇ ਕੀਤਾ ਨਹੀਂ, ਉਹਦੇ ਸਭ ਕੁਝ ਉਲਟ ਹੋਇਆ। ਪਰ ਅਸੀਂ ਹੁਣ ਇਹ ਚੀਜ਼ ਜਿਹੜੀਆਂ ਨਾ ਉਹਨੂੰ ਤਖਤਾ ਉਹਦਾ ਪਲਟਾਉਣਾ ਹੈ, ਉਹਨੂੰ ਗੱਦੀ ਤੋਂ ਥੱਲੇ ਲਾਉਣਾ ਹੈ। ਆਪ ਦੀਆਂ ਜਿਹੜੀਆਂ ਹੱਕੀ ਮੰਗਾਂ ਉਹ ਮਨਵਾਉਣੀਆਂ ਵਾ, ਤੇ ਆਪ ਦਾ ਜਿਹੜਾ ਵਾ ਜਿਹੜੀ ਸਾਨੂੰ ਸਹੀ ਲੱਗੇਗੀ ਉਹ ਸਰਕਾਰ ਵੇਖਾਂਗੇ ਕਿਹੜੀ ਮੌਕੇ ਮੁਤਾਬਕ ਚੁਣਨੀ ਆ। ਇਹ ਵੀ ਕਿਹਾ ਜਾਂਦਾ ਵੀ ਮੋਦੀ ਦਾ ਆਪਣਾ ਪਰਿਵਾਰ ਹੈ ਨਹੀਂ, ਆਪਣੀ ਬੱਚੇ ਹੈ ਨਹੀਂ, ਜਾਂ ਘਰ ਦੀ ਹੈ ਨਹੀਂ ਹੈ। ਜੇ ਹੁੰਦੀ ਤੁਹਾਨੂੰ ਪਤਾ ਲੱਗਦਾ ਮਹਿੰਗਾਈ ਕੀ ਹੁੰਦੀ, ਕਿਸੇ ਦਰਦ ਕੀ ਹੁੰਦਾ ਵਾ, ਇਹਦੇ ਵਿੱਚ ਕਿੰਨੀ ਕੀ ਸੱਚਾਈ ਆ? ਬਿਲਕੁਲ 100% ਸੱਚਾਈ ਹੈ ਜੀ। ਜੇਕਰ ਜਿਹੜੇ ਇਨਸਾਨ ਦਾ ਪਰਿਵਾਰ ਹੁੰਦਾ ਨਾ, ਉਹਨੂੰ ਪਤਾ ਹੁੰਦਾ ਆ ਕਿ ਮੇਰੇ ਬੱਚੇ ਆ, ਮੇਰੇ ਬੱਚਿਆਂ ਦਾ ਕੀ ਖਰਚਾ ਹੈ, ਕੀ ਗ੍ਰਹਿਸਤੀ ਆ, ਮੈਂ ਕਿਸ ਤਰ੍ਹਾਂ ਚੱਲਣਾ ਹੈ। ਇਹਨੂੰ ਰੰਡੇ ਨੂੰ ਰਾਜ ਤੇ ਬਿਠਾਤਾ, ਇਹਨੂੰ ਕੀ ਪਤਾ ਪਰਿਵਾਰ ਕੀ ਹੈ, ਗ੍ਰਹਿਸਤੀ ਕੀ ਹੈ, ਕਿਸ ਤਰ੍ਹਾਂ ਚੱਲਦਾ ਹੈ। ਇਹਨੂੰ ਤਾਂ ਆਪਦੇ ਢਿੱਡ ਨਾਲ ਹੀ ਆ। ਜਦੋਂ ਪਹਿਲੀ ਵਾਰੀ ਸਹੁੰ ਚੁੱਕ ਸਮਾਗਮ ਤੇ ਆਇਆ ਸੀ, ਅਡਾਨੀ ਦੇ ਜਹਾਜ਼ ਆਇਆ ਸੀ, 30 ਲੱਖ ਦਾ ਪੈਂਟ ਕੋਟ ਪਾ ਕੇ ਆਇਆ ਸੀ। ਇਹਨੂੰ ਜੇਕਰ ਇਹਦੇ ਸਿਰ ਤੇ ਗ੍ਰਹਿਸਤੀ ਦਾ ਬੋਝ ਹੁੰਦਾ ਤੇ ਇਹੋ ਹੀ 3000 ਦਾ ਪਾ ਕੇ ਆਉਂਦਾ। ਪਰ ਗੱਲ ਕਰੀਏ ਭੈਣ ਜੀ, ਜਿੱਥੇ ਹਰ ਕੋਈ ਕਿਸਾਨਾਂ ਦੇ ਹੱਕ ਵਿੱਚ ਡਟਿਆ ਵਾ, ਹਰ ਕੋਈ ਜਿਹੜਾ ਕਿਸਾਨਾਂ ਦਾ ਸਪੋਰਟ ਕਰ ਰਿਹਾ, ਮਦਦ ਕਰ ਰਿਹਾ, ਉੱਥੇ ਪੰਜਾਬ ਦੇ ਪੁੱਤ ਸੰਨੀ ਦਿਓਲ ਜਿਹੜਾ ਅਕਸਰ ਪੰਜਾਬੀ ਫਿਲਮਾਂ ਤੁਸੀਂ ਦੇਖਿਆ ਨਲਕਾ ਪੁੱਟਦਾ ਹੁੰਦਾ ਵਾ, ਤੇ ਗੁਰਦਾਸਪੁਰ ਦਾ MP ਵੀ ਆ, ਪਰ ਅੱਜ ਉਹ ਦਿਖਾਈ ਨਹੀਂ ਦੇ ਰਿਹਾ। ਕੀ ਕਹਿਣਾ ਚਾਹੋਗੇ? ਉਹਦੀ ਨਮਕ ਹਰਾਮੀ ਹੁੰਦੇ ਇਹੋ ਜਿਹੇ ਲੋਕ, ਨਮਕ ਖਾ ਕੇ ਹਰਾਮ ਕਰ ਜਾਂਦੇ ਆ। ਇਹੋ ਜਿਹੇ ਲੋਕਾਂ ਨੇ ਬਾਕੀ ਪੰਜਾਬੀ ਬਦਨਾਮ ਕੀਤੇ ਆ, ਜਿਹੜੇ ਕਹਿੰਦੇ ਸੀ ਨਾ ਨਸ਼ੇ ਕਰਦੇ ਆ, ਨਸ਼ਿਆਂ ਦੀ ਦਲਦਲ ਦੇ ਵਿੱਚ ਆ, ਇਹ ਤੇ ਜੀ ਇਸ ਤਰ੍ਹਾਂ ਵਾ ਉਸ ਤਰ੍ਹਾਂ, ਉਹ ਸਾਰਾ ਕੁਝ ਅੱਜ ਸਾਹਮਣੇ ਆ ਗਿਆ। ਪਰ ਜਿਹੜੇ ਸਨੀ ਦਿਓਲ ਵਰਗੇ ਹੁੰਦੇ ਆ ਨਾ, ਇਹੀ ਸਾਡੇ ਪੰਜਾਬੀਆਂ ਨੂੰ ਜਿਹੜਾ ਉਹਨਾਂ ਦੀ ਤਸਵੀਰ ਖਰਾਬ ਕਰਦੇ ਆ। ਪਰ ਕੀ ਲੱਗਦਾ ਨਹੀਂ ਵੀ ਹਮੇਸ਼ਾ ਪੰਜਾਬੀਆਂ ਨੂੰ, ਨੌਜਵਾਨਾਂ ਨੂੰ ਖਾਸ ਕੇ ਬਦਨਾਮ ਕੀਤਾ ਜਾਂਦਾ ਵੀ ਪੰਜਾਬੀ ਦੇ ਨੌਜਵਾਨ ਨਸ਼ੇੜੀ ਨੇ, ਨਸ਼ਾ ਕਰਦੇ ਨੇ, ਕਦੀ ਪੰਜਾਬੀਆਂ ਦੀਆਂ ਫਿਲਮਾਂ ਬਣਾਈ ਜਾਂਦੀਆਂ ਉੜਤਾ ਪੰਜਾਬ ਵਗੈਰਾ। ਕੀ ਲੱਗਦਾ ਨਹੀਂ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ? ਇਹ ਸਰਕਾਰਾਂ ਦੀ, ਇਹਨਾਂ ਦੀ ਜਿਹੜੀਆਂ ਇਹ ਸਰਕਾਰਾਂ ਹੁੰਦੀਆਂ ਨੇ, ਇਹਨਾਂ ਦੇ ਬੜੇ ਪਿੱਛੇ ਜਿਹੜੇ ਬੜੇ ਪੜ੍ਹੇ ਲਿਖੇ ਸੂਝਵਾਨ ਦਿਮਾਗੀ ਲੋਕ ਹੁੰਦੇ ਆ, ਜਿਹੜੇ ਨੀਤੀਆਂ ਪਾਲਿਸੀਆਂ ਕੱਢਦੇ ਆ। ਇਹਨਾਂ ਨੂੰ ਪਤਾ ਵਾ ਕਿ ਦੁੱਖ ਦੀ ਨਸ ਫੜੋ ਤੇ ਬੰਦਾ ਇਕੱਠਾ ਹੋ ਜਾਏਗਾ। ਇਹ ਸਮਝਦੇ ਆ ਕਿ ਇਹ ਨਸ਼ੇ ਦੀ ਆੜ ਵਿੱਚ ਇਹਨਾਂ ਨੂੰ ਇਹ ਚੀਜ਼ 'ਚ ਭਰਮਾਵਾਂਗੇ ਤੇ ਇਹ ਜਿਹੜੇ ਦਬਾਏ ਜਾਣਗੇ, ਪਰ ਨਹੀਂ। ਇਹ ਚੀਜ਼ ਦੀ ਐਗਜ਼ਾਮਪਲ ਸੈਂਟ ਕਰੀ ਹੋਈ ਆ। ਵੇਖੋ ਦਿੱਲੀ ਜਾ ਕੇ ਸਾਰੇ ਯੂਥ ਹੀ ਬੈਠਾ, ਇੱਥੇ ਕਿੰਨਾ ਯੂਥ ਹੈ, ਲੱਗਦਾ ਤੁਹਾਨੂੰ ਕੋਈ ਨਸ਼ੇ ਦੇ ਵਿੱਚ ਆ? ਤੇ ਜੇ ਕਿਤੇ ਥੋੜਾ ਬਾਲਾ ਨਸ਼ਾ ਹੈਗਾ ਵੀ ਹੈ ਨਾ, ਤੇ ਉਹ ਸੁਦਾਗਰ ਇਹੀ ਨੇ, ਇਹਨਾਂ ਨੇ ਹੀ ਸਭ ਕੁਝ ਕੀਤਾ ਹੈ ਤੇ ਇਹੀ ਕਰਵਾ ਰਹੇ ਆ। ਇਹ ਚੀਜ਼ਾਂ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਹੈ। ਕੀ ਕਹਿਣਾ ਚਾਹੋਗੇ? 300 ਤੋਂ ਵੱਧ ਸਾਡੇ ਜਿਹੜੇ ਸ਼ਹੀਦ ਹੋ ਚੁੱਕੇ ਨੇ, ਸਾਡੇ ਬਜ਼ੁਰਗ ਵੀ ਆ, ਸਾਡੇ ਨੌਜਵਾਨ ਵੀ ਆ, ਪਰ ਹਜੇ ਤੱਕ ਦਿੱਲੀ ਸਰਕਾਰ ਨੇ ਉਹਨਾਂ ਨੂੰ ਸ਼ਹੀਦ ਹੀ ਕਰਾ ਦਿੱਤਾ ਗਿਆ। ਕੀ ਕਹਿਣਾ ਚਾਹੋਗੇ?
ਇਹ ਤੇ ਸਾਡੇ ਲਈ ਜਿਹੜੇ ਸਾਡੇ ਤੋਂ ਦੂਰ ਚੱਲ ਗਏ ਬੜੀ ਮੰਦਭਾਗੀ ਗੱਲ ਆ। ਉਹ ਸਾਡੇ ਸ਼ਹੀਦ ਨੇ। ਅਸੀਂ ਉਹਨਾਂ ਨੂੰ ਜਦੋਂ ਵੀ ਕਿਤੇ ਸਾਡੀ ਕੋਈ ਮਹਾ ਸਭਾ, ਸਾਡੀ ਕੋਈ ਸਟੇਜ ਲੱਗਦੀ, ਸਾਡਾ ਮੋਰਚਾ ਲੱਗਦਾ, ਸਭ ਤੋਂ ਪਹਿਲਾਂ ਅਸੀਂ 2 ਮਿੰਟ ਲਈ ਉਹਨਾਂ ਨੂੰ ਨਮਨ ਹੁੰਦੇ ਆ। ਤੇ ਇਹ ਜਿਹੜੇ ਸਾਡੇ ਤੋਂ ਦੂਰ ਹੋ ਗਏ, ਉਹ ਸਰੀਰ ਕਰਕੇ ਸਾਡੇ ਤੋਂ ਦੂਰ ਹੋਏ ਨੇ, ਸਾਡੀ ਸੋਚ ਤੋਂ ਦੂਰ ਨਹੀਂ, ਸਾਡੇ ਤੋਂ ਰੂਹ ਕਰਕੇ ਦੂਰ ਨਹੀਂ ਆ, ਉਹ ਸਾਡੇ ਵਿੱਚ ਆ। ਸਰਕਾਰ ਜਿਹੜੀ ਆ ਉਹ ਇਸ ਕਰਕੇ ਇਹਨਾਂ ਨੂੰ ਸ਼ਹੀਦਾਂ ਦਾ ਦਰਜਾ ਨਹੀਂ ਦੇ ਰਹੀ, ਕਿਉਂਕਿ ਜੇ ਉਹ ਕਾਲੇ ਕਾਨੂੰਨਾਂ ਤੇ ਅੜੀ ਹੋਈ ਆ ਨਾ, ਜਦੋਂ ਉਧਰੋਂ ਆਪਾਂ ਬਾਜੀ ਜਿੱਤ ਗਈ ਸਾਰਾ ਕੁਝ ਸੈੱਟ ਹੋ ਜਾਣਾ। ਕਿਸ ਤਰ੍ਹਾਂ ਦੇਖਦੇ ਹੋ 26 ਜਨਵਰੀ ਤੋਂ ਬਾਅਦ ਕਿਹਾ ਜਾਂਦਾ ਵੀ ਜਿਹੜਾ ਸੰਘਰਸ਼ ਆ ਕਮਜ਼ੋਰ ਹੋ ਗਿਆ ਵਾ, ਕਾਫੀ ਜਿਹੜਾ ਵਾ ਵਿੱਚੋਂ ਕੋਸ਼ਿਸ਼ ਕੀਤੀ ਗਈ ਸੀ ਕਿ ਲੱਗਦਾ ਸੰਘਰਸ਼ ਕਮਜ਼ੋਰ ਹੋ ਗਿਆ 26 ਦਿਨ ਬਾਅਦ? ਉਹ ਵੀਰ ਜੀ ਇਹਨਾਂ ਨੇ ਸ਼ੁਰੂ ਤੋਂ ਹੀ ਸਾਨੂੰ ਧਰਮਾਂ ਦੇ ਨਾਂ ਤੇ ਵੰਡਿਆ ਸੀ। ਕਦੀ ਆ ਗਈ ਬਾਬੇ ਨਾਨਕ ਦੀ ਤੱਕੜੀ ਤੇ ਕਦੀ ਆ ਗਿਆ ਗੁਰੂ ਨਾਨਕ ਦਾ ਪੰਜਾ। ਇਹਨਾਂ ਨੇ ਸਾਡਾ ਵੀਕ ਪੁਆਇੰਟ ਫੜਿਆ ਕਿ ਇਹਨਾਂ ਨੂੰ ਧਰਮਾਂ ਦੇ ਨਾਂ ਤੇ ਵੰਡੋ, ਤੇ ਉੱਥੇ ਵੀ ਇਹਨਾਂ ਨੇ ਸੋਚਿਆ ਕਿ ਖਾਲਸੇ ਦੇ ਝੰਡੇ ਤੇ ਨਾ ਚੜਾਤਾ। ਇਹਨੂੰ ਇਹ ਨਹੀਂ ਪਤਾ ਮੋਦੀ ਨੇ ਵੀ ਤੂੰ ਤੇ ਆਪ ਲਾਲ ਕਿਲਾ ਵੇਚਿਆ, ਤੂੰ ਕਿਹੜੇ ਲਾਲ ਕਿਲੇ ਦੀ ਗੱਲ ਕਰਦਾ ਝੰਡਾ ਚੜਾਉਣ ਦੀ। ਬਾਕੀ ਜਿਹੜਾ ਅਸੀਂ ਉੱਥੇ ਨਿਸ਼ਾਨ ਚੜਾਇਆ ਵਾ, ਜਿਹੜੇ ਮੇਰੇ ਕਿਸੇ ਵੀਰ ਨੇ ਚੜਾਇਆ ਵਾ, ਉਹ ਤੇ ਸਾਨੂੰ ਗੁਰੂ ਮਹਾਰਾਜ ਬੜਾ ਪੁਰਾਣਾ ਦੇ ਗਏ ਖਾਲਸੇ ਦੀ ਵਿਰਾਸਤ। ਉਹ ਸਾਡੇ ਤੋਂ ਕੋਈ ਖੋ ਸਕਦਾ? ਉਹ ਕੋਈ ਨਹੀਂ ਖੋ ਸਕਦਾ। ਤੇ ਉਹ ਵੀ ਇਹਨਾਂ ਦੀ ਸੋਚੀ ਸਮਝੀ ਸਾਜ਼ਿਸ਼ ਸੀਗੀ ਕਿ ਇਹਨਾਂ ਨੇ ਬਾਕੀ ਦੀਆਂ ਸੜਕਾਂ ਤੇ ਕਰਤੀਆਂ ਬਲੌਕ ਤੇ ਉਧਰ ਵਾਲਾ ਰਸਤਾ ਖੋਲਤਾ। ਮੈਂ ਖੁਦ ਉਸ ਵੇਲੇ ਉਸ ਮਾਰਚ, ਟਰੈਕਟਰ ਮਾਰਚ ਦੇ ਵਿੱਚ ਸ਼ਾਮਲ ਸੀ। ਕਿਸ ਤਰ੍ਹਾਂ ਦੇਖਦੇ ਹੋ ਦੀਪ ਸਿੱਧੂ ਨੂੰ, ਕਿਸ ਤਰ੍ਹਾਂ ਦੇਖਦੇ ਹੋ? ਕਿਉਂ ਕਾਫੀ ਕਿਹਾ ਜਾਂਦਾ ਵੀ ਦੀਪ ਸਿੱਧੂ ਦੀ ਜ਼ਮਾਨਤ ਹੋ ਗਈ ਸੀ, ਉਸ ਤੋਂ ਬਾਅਦ ਜ਼ਮਾਨਤ ਬਾਹਰ ਆਉਣ ਤੋਂ ਬਾਅਦ ਪਹਿਲਾਂ ਹੀ ਉੱਤੇ ਇੱਕ ਹੋਰ ਕੇਸ ਪਾ ਦਿੱਤਾ ਗਿਆ ਪੁਲਿਸ ਵੱਲੋਂ ਦਿੱਲੀ ਵੱਲੋਂ। ਕਿਸ ਤਰ੍ਹਾਂ ਦੇਖਦੇ ਹੋ? ਇਹ ਤੇ ਹੁਣ ਦੀਪ ਸਿੱਧੂ ਬਾਰੇ ਜਾਂ ਲੱਖੇ ਸਧਾਣੇ ਬਾਰੇ ਜੋ ਕੋਈ ਪਹਿਲਾਂ ਹੈਗਾ ਵਾ ਤੇ ਉਹ ਤਾਂ ਹੋਏਗਾ, ਪਰ ਜਿੰਨਾ ਕੋ ਨਹੀਂ ਉਹਨੂੰ ਮੋਰਚੇ ਦੌਰਾਨ ਵੇਖਿਆ ਵਿਚਰਿਆ, ਠੀਕ ਹੈ ਚਲੋ। ਤੇ ਇਹ ਵੀ ਸਰਕਾਰ ਦੀ ਕੋਈ ਚਾਲ ਹੀ ਹੋਏਗੀ ਕਿ ਉਹਨਾਂ ਦੇ ਉੱਤੇ ਕੋਈ ਨਾ ਕੋਈ ਜੜੀਆ ਨਿਤ ਨਵੀਂ ਜੜੀਆ ਕੋਈ ਨਾ ਕੋਈ ਪਾ ਦਿੰਦੀ ਹੈ। ਜੇ ਉਹਦੀ ਜ਼ਮਾਨਤ ਹੋ ਗਈ, ਉਹਨੂੰ ਫਿਰ ਵੀ ਅਰੈਸਟ ਕਰਕੇ ਰੱਖਿਆ ਹੈ ਕਿ ਇਹਨੇ ਜਿਹੜੀ ਸਰਕਾਰੀ ਸੰਪਤੀ ਹੈ, ਜਿਹੜੀ ਵਿਰਾਸਤ ਆ, ਉਹਨੂੰ ਇਹਨੇ ਜਿਹੜੀ ਠੇਸ ਪਹੁੰਚਾਈ ਸੀਗੀ, ਉਹਨੂੰ ਫਿਰ ਵੀ ਜਿਹੜਾ ਗ੍ਰਿਫਤਾਰ ਕਰ ਲਿਆ। ਇਹ ਉਹਨਾਂ ਸਰਕਾਰਾਂ ਦੀਆਂ ਸਾਰੀਆਂ ਜਿਹੜੀਆਂ ਨੀਤੀਆਂ ਹੁੰਦੀਆਂ ਵਾ, ਇਹ ਉਹਨਾਂ ਦੇ ਹੱਥ ਕੰਡੇ ਅਪਣਾਏ ਹੁੰਦੇ ਆ, ਇਹ ਸਾਰਾ ਕੁਝ ਉਹੀ ਕਰਦੇ ਆ। ਪਰ ਕੀ ਕਹਿਣਾ ਚਾਹੋਗੇ ਜਿਹੜਾ ਵੀ ਕੋਈ ਕਿਸਾਨਾਂ ਨਾਲ ਖੜਦਾ ਵਾ, ਕਿਸਾਨੀ ਗੱਲ ਕਰਦਾ ਵਾ, ਉਹਨਾਂ ਦੇ ਪਰਚੇ ਪਾ ਦਿੱਤੇ ਜਾਂਦੇ ਨੇ? ਜਿਵੇਂ ਆੜਤੀਆਂ ਨੂੰ ਕਹਿ ਦਿੱਤਾ ਗਿਆ ਵੀ ਤੁਸੀਂ ਆਪਣਾ ਵੱਖਰਾ ਕਰੋ, ਜਿਵੇਂ ਇਦਾਂ ਕਿ ਲੱਗਦਾ ਨਹੀਂ ਵੀ ਜਿਹੜਾ ਆੜਤੀ ਕਿਸਾਨਾਂ ਨਾਲ ਖੜੇ ਸੀ ਉਹਨਾਂ ਨੂੰ ਵੀ ਜਿਹੜਾ ਵਾ ਉਹਨਾਂ ਨੂੰ ਦੋਸ਼ੀ ਕਰ ਦਿੱਤਾ ਜਾਂ ਉਹਨਾਂ ਨੂੰ ਕਰਾ ਦਿੱਤਾ ਗਿਆ? ਕਿ ਲੱਗਦਾ ਜਿਹੜੇ ਖੜਦੇ ਉਹਨਾਂ ਨੂੰ ਜਿਹੜਾ ਵਾ ਉਹਨਾਂ ਕੋਈ ਨਾ ਕੋਈ ਕੇਸ ਪਾ ਦਿੱਤਾ ਗਿਆ ਜਾਂ ਉਹਨਾਂ ਤੰਗ ਕੀਤਾ ਜਾ ਰਿਹਾ ਸੈਂਟਰ ਕਾ ਵੱਲੋਂ? ਇਹ ਵੀਰ ਜੀ ਸਾਰੀਆਂ ਚੀਜ਼ਾਂ ਡਰਾਉਣ ਧਮਕਾਉਣ ਲਈ ਹੁੰਦੀਆਂ, ਕਿਉਂਕਿ ਜਿਹੜਾ ਬੋਲੇ ਉਹੀ ਕੁੰਡਾ ਖੋਲੇ, ਤੇ ਜਿਹੜਾ ਬੋਲ ਗਿਆ ਉਹਦੇ ਮਗਰ ਜੇ 100 ਬੰਦਾ ਇਕੱਠਾ ਹੋ ਗਿਆ ਨਾ, 100 ਨੂੰ ਕੀ ਮਾਰਨ ਦੀ ਲੋੜ ਆ? ਝੋਟਾ ਮਾਰ ਦੋ, ਜੂਆਂ ਆਪੇ ਮਰ ਜਾਣਗੀਆਂ। ਤੇ ਉਹ ਜਿਹੜਾ ਬੰਦਾ ਬੋਲਦਾ, ਜਿਹੜੇ ਚ ਦਮ ਹੈਗਾ, ਉਹਨੂੰ ਨਪਾ ਲਓ, ਬਾਕੀਆਂ ਦੇ ਆਪੇ ਨੱਪੇ ਜਾਣਾ। ਪਰ ਖੈਰ ਇਹ ਚੀਜ਼ ਇਹ ਹੋਣੀ ਨਹੀਂ। ਮੈਂ ਕਹਾਂ ਕਿ ਮੈਂ ਮਜੀਠਾ ਬਲਾਕ ਦੀ ਮੈਂ ਕੋਈ ਅਹੁਦੇਦਾਰੀ ਲੈਣਾ ਨਹੀਂ ਚਾਹੁੰਦੀ, ਨਾ ਮੈਂ ਕਿਸੇ ਅਹੁਦੇ 'ਚ, ਪਰ ਮੈਂ ਸੇਵਾ ਦਿਨ ਰਾਤ ਤਨੋ ਮਨੋ ਤਨ ਕਰਕੇ ਮੈਂ ਕਰਦੀ ਆ, ਔਰ ਮੈਂ ਇਦਾਂ ਹੀ ਕਰਦੀ ਰਵਾਂਗੀ। ਮੈਨੂੰ ਕੋਈ ਆਵੇ ਦਬਾਉਣ, ਮੈਂ ਤਾਂ ਕਹਿੰਦੀ ਮੇਰਾ ਕਿਸੇ ਮੰਤਰੀ ਨਾਲ ਸਾਹਮਣਾ ਹੀ ਹੁੰਦਾ ਹੋਵੇ। ਸਿਮਰੋ ਬੀਬੀ ਨਾਲ ਮੇਰੀ ਰਿਸ਼ਤੇ 'ਚ ਨਨਾਣ ਲੱਗਦੀ, ਮੈਂ ਮਜੀਠਾ ਬਲਾਕ ਤੋਂ ਬਿਲੋਂਗ ਕਰਦੀ ਆ, ਮੇਰੇ ਸਾਹਮਣੇ ਤੇ ਆਵੇ, ਕੋਈ ਆਉਂਦਾ ਹੀ ਨਹੀਂ। ਪਰ ਕੀ ਕਹਿਣਾ ਚਾਹੋਗੇ? ਹਜੇ ਵੀ ਜਿਹੜੇ ਲੋਕ ਸਮਝਦੇ ਨੇ ਵੀ ਸ਼ਾਇਦ ਸੰਘਰਸ਼ ਕਮਜ਼ੋਰ ਹੋ ਗਿਆ ਵਾ ਦਿੱਲੀ ਤੋਂ ਜਾਣ ਤੋਂ ਬਾਅਦ, ਜਿਵੇਂ 26 ਜਨਵਰੀ ਤੋਂ ਬਾਅਦ, ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਤੇ ਜਿਹੜੇ ਲੋਕ ਹਜੇ ਤੱਕ ਦਿੱਲੀ ਨਹੀਂ ਪਹੁੰਚੇ ਕਿਸੇ ਵਜ੍ਹਾ ਕਾਰਨ, ਕਿਸਾਨੀ ਜਿਹੜੇ ਆਪਣਾ ਸਹਿਯੋਗ ਨਹੀਂ ਪਾ ਸਕੇ, ਤੇ ਜਿਹੜੇ ਲੋਕ ਕਹਿੰਦੇ ਨੇ ਵੀ ਸਾਡਾ ਕਿਹੜੀ ਜ਼ਮੀਨ ਹੈਗੀ ਆ ਜਾਂ ਸਾਡਾ ਕਿਹੜਾ, ਇਹ ਤੇ ਇਕੱਲਾ ਕਿਸਾਨਾਂ ਦਾ ਹੀ ਸੰਘਰਸ਼ ਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਸਾਹਿਬ ਜੀ, ਪਤਾ ਕੀ ਆ, ਇਹ ਮਸਲਾ ਇਕੱਲਾ ਜ਼ਮੀਨਾਂ ਵਾਲਿਆਂ ਦਾ ਨਹੀਂ ਆ, ਇਹ ਰੋਟੀ ਦਾ ਮਸਲਾ ਹੈ, ਇਹ ਨਸਲਾਂ ਦਾ ਮਸਲਾ ਹੈ, ਇਹ ਹੋਂਦ ਦਾ ਮਸਲਾ ਹੈ। ਜੋ ਇਨਸਾਨ ਰੋਟੀ ਖਾਂਦਾ ਨਾ, ਮੈਂ ਕਹਿੰਦੀ ਇਨਸਾਨ ਤੋਂ ਇਲਾਵਾ ਜੀਵ ਪਰਿੰਦੇ ਜਿਹੜੇ ਆ ਨਾ, ਉਹਨਾਂ ਦਾ ਵੀ ਮਸਲਾ। ਕਿਉਂ? ਅਸੀਂ ਆਪ ਢਿੱਡ ਭਰ ਕੇ ਰੋਟੀ ਖਾਵਾਂਗੇ, ਜਿਹੜਾ ਬਚਦਾ ਖਾਣਾ ਉਹਨਾਂ ਨੂੰ ਪਾਵਾਂਗੇ। ਜੇ ਅਸੀਂ ਆਪ ਹੀ ਭੁੱਖੇ ਰਹੇ, ਉਹਨਾਂ ਨੂੰ ਕੀ ਪਾਵਾਂਗੇ? ਉਹਨਾਂ ਦੀ ਵੀ ਲੜਾਈ ਆ, ਉਹ ਲੜ ਨਹੀਂ ਸਕਦੇ, ਅਸੀਂ ਲੜਨੀ ਆ। ਬਾਕੀ ਰਹਿ ਗਈ ਦਿੱਲੀ ਦੇ ਧਰਨਿਆਂ ਦੀ ਗੱਲ, ਮੈਂ ਪਿਛਲਾ ਡੇਢ ਮਹੀਨਾ ਸਰਦੀਆਂ 'ਚ ਮੈਂ ਦਿੱਲੀ ਰਹੀ ਆ, ਔਰ ਉੱਥੇ ਕਿਸੇ ਪ੍ਰਕਾਰ ਦੀ ਕੋਈ ਗਿਣਤੀ ਨਹੀਂ ਘਟੀ। ਹਾਂ, ਅਸੀਂ ਸੀਜ਼ਨ ਜਿਹੜਾ ਅਸੀਂ ਬੀਜੀ ਸੀ ਫਸਲ, ਅਸੀਂ ਆਪਣੇ ਡੰਗਰ ਪੱਠੇ ਵਾਸਤੇ ਕੋਈ ਤੂੜੀ ਕੱਖ ਪੱਠਾ ਸਾਂਭਣਾ ਹੈ, ਥੋੜਾ ਬਹੁਤਾ ਫਰਕ ਹੋ ਸਕਦਾ ਹੈ, ਪਰ ਸਾਡੀਆਂ ਜਿਹੜੀਆਂ ਬੀਬੀਆਂ ਮਾਤਾਵਾਂ ਭੈਣਾਂ, ਉਹਨਾਂ ਨੇ ਮੋਰਚਾ ਸੰਭਾਲਿਆ ਹੋਇਆ ਹੈ। ਕੱਲ ਸਾਡਾ ਫੇਰ 21 ਦਾ ਜਿਹੜਾ ਵਾ ਉੱਥੇ ਜਾ ਕੇ ਇਕੱਠ ਹੋ ਰਿਹਾ ਵੱਡਾ, ਕੱਲ ਸਾਡਾ 21 ਤੋਂ ਤੁਰਨਾ ਹੈ, ਸੌਰੀ ਕੱਲ ਦਾ ਦਿਨ ਨਹੀਂ, ਪਰਸੋਂ ਤੁਰਨਾ ਸਾਡਾ 21 ਤੋਂ, ਵੱਡੀ ਪੱਧਰ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਦੀ ਅਗਵਾਈ ਹੇਠ, ਸਾਡੇ ਸਰਦਾਰ ਜੋਗਿੰਦਰ ਸਿੰਘ ਗੁਰਾਹਾਂ ਪ੍ਰਧਾਨਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਦੇ ਵਿੱਚ ਜਿਹੜਾ ਸੀ ਟਿੱਕਰੀ ਬੋਰਡ ਪਕੌੜਾ ਚੌਂਕ ਦੇ ਵਿੱਚ ਹਾਜ਼ਰ ਹੋ ਰਿਹਾ। ਫਿਰ ਤੁਸੀਂ ਇਹ ਵੇਖ ਲਿਓ ਕਿੱਥੇ ਘੱਟ ਕਿਤੇ ਘੱਟ ਹੈ। ਪਰ ਕੀ ਕਹਿਣਾ ਚਾਹੋਗੇ? ਜਿਹੜੇ ਭਾਜਪਾ ਦੇ ਕਰਤਾ ਨੇ ਉਹ ਕਹਿੰਦੇ ਨੇ ਵੀ ਜਿਹੜੇ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਦਿੱਲੀ ਵਿੱਚ, ਉਹ ਧਰਨੇ ਦੀ ਪ੍ਰਦਰਸ਼ਨ ਨਹੀਂ ਕਰ ਰਹੇ, ਉਹ ਪਿਕਨਿਕ ਮਨਾ ਰਹੇ ਆ, ਕੀ ਕਹਿਣਾ ਚਾਹੋਗੇ? ਉਹ ਵੀ ਆ ਜਾਣ, ਮੈਂ ਤਾਂ ਕਹਿੰਦੀ ਉਹ ਵੀ ਬਹਿਣ ਨਾਲ, ਪਿਕਨਿਕ ਹੀ ਮਨਾਉਣੀ ਆ, ਤੇ ਉਹ ਵੀ ਮਨਾ ਲੈਣ।
ਜੇ ਉਹ ਸਾਨੂੰ ਕਹਿੰਦੇ ਪਿਕਨਿਕ ਮਨਾਉਂਦੇ ਤੇ ਉਹ ਵੀ ਆਣ ਕੇ ਮਨਾ ਲੈਣ, ਉਹ ਕਿ ਭੱਜਦੇ ਫਿਰ ਲਾ ਲੈਣ ਆਪਣੀਆਂ ਆ ਜਣੀਆਂ ਪੋਸ਼ਾਕਾਂ ਕੀਮਤੀ ਲਗਜ਼ਰੀ ਗੱਡੀਆਂ ਛੱਡਣ, ਐਸ਼ੋ ਆਰਾਮ ਛੱਡਣ, ਏਸੀਆਂ ਵਾਲੀਆਂ ਗੱਡੀਆਂ ਤੇ ਕਾਰਾਂ ਦੇ ਕੂਲਰਾਂ ਦਾ ਪਾਣੀ ਤੇ ਠੰਡੀਆਂ ਬਰਫਾਂ ਵਾਲਾ ਛੱਡਣ ਤੇ ਬਹਿ ਜਾਣ ਸਾਡੇ ਨਾਲ ਆ ਕੇ, ਆਪੇ ਸਾਰਾ ਕੁਝ ਸਾਫ਼ ਹੋ ਜਾਊਗਾ। ਬਹੁਤ ਬਹੁਤ ਧੰਨਵਾਦ ਜੀ। ਇਸੀ ਗੱਲਬਾਤ ਕੀਤੀ ਅਸੀਂ ਜਿਹੜੀ ਸਾਡੀ ਭੈਣ ਜਿਹੜੀ ਕਿ ਤੁਸੀਂ ਵੇਖਿਆ ਵੀ ਕਿਸ ਤਰ੍ਹਾਂ ਇਹਨਾਂ ਨੇ ਮੋਦੀ ਸਰਕਾਰ ਜਿਹੜੀ ਰੇਲ ਬਣਾਈ ਆ ਅਤੇ ਉਹਨੇ ਮੋਦੀ ਨੂੰ ਬਾਰ-ਬਾਰ ਕਿਹਾ ਵੀ ਮੋਦੀ ਤੂੰ ਗਲਤ ਪੰਗਾ ਲੈ ਲਿਆ ਪੰਜਾਬੀਆਂ ਨਾਲ, ਜੇਕਰ ਤੂੰ ਕਿਹੜੇ ਕਾਲੇ ਕਾਨੂੰਨ ਜਿਹੜੇ ਬਿੱਲ ਆ ਉਹ ਰੱਦ ਨਹੀਂ ਕਰਦਾ ਉਸੇ ਤਰ੍ਹਾਂ ਹੀ ਨਹੀਂ ਤੇ ਨਹੀਂ ਜਿਹੜੇ ਧਰਨੇ ਪ੍ਰਦਰਸ਼ਨ ਜਿਹੜੀ ਰੈਲੀਆਂ ਉਹ ਚੱਲਦੀਆਂ ਰਹਿਣਗੀਆਂ। ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ ਅੰਮ੍ਰਿਤਸਰ।